ਅਸੀਂ ਪਿਛਲੇ ਅਸੀਂ ਸਿੱਖਿਆ ਸੀਗਾ ਔਰ 15 ਹਿੱਸੇ ਜਿਹੜਾ ਅਸੀਂ ਸਿੱਖ ਚੁੱਕੇ ਸੀ। ਅੱਜ 16ਵਾਂ ਹਿੱਸਾ ਆ ਪਵਿੱਤਰਤਾਈ ਦਾ, ਜਿਹਨੂੰ ਅਸੀਂ ਪਵਿੱਤਰਤਾਈ ਦੇ ਹਿੱਸੇ ਨੂੰ ਅਸੀਂ ਜਿਹੜੇ ਮਿਲਾਪ ਦੇ ਤੰਬੂ ਦੀ ਕਨਾਤ ਸੀਗੀ ਉਹ ਤੋਂ ਅਸੀਂ ਇਹ ਜਿਹੜਾ ਹਿੱਸਾ ਜਿਹੜਾ ਲਿਆ ਆ। ਰਾਤੀ ਵੀ ਅਸੀਂ ਇੱਕ ਹੋਟਲ ਦੇ ਵਿੱਚ ਕੁਛ ਖੁਦਾ ਦਾ ਇੱਕ ਦਾਸ ਆਇਆ ਸੀਗਾ ਜਿਹੜਾ ਪ੍ਰਕਾਸ਼ ਦੀ ਪੋਥੀ ਦੀ ਸਟੱਡੀ ਕਰਵਾ ਰਿਹਾ ਸੀਗਾ, ਉਹਨੂੰ ਅਸੀਂ ਸੁਣਨ ਦੇ ਵਾਸਤੇ ਗਏ ਔਰ ਕਾਫੀ ਵਧੀਆ ਗੱਲਾਂ ਉਹਨਾਂ ਨੇ ਦੱਸੀਆਂ ਜਿਹੜੀਆਂ ਸਾਨੂੰ ਕਈ ਨਹੀਂ ਪਤਾ ਲੱਗਦਾ, ਉਹਨਾਂ ਦੇ ਉਹਦੇ ਵਿੱਚ ਚਾਨਣਾ ਪਾਇਆ। ਸੋ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਆ। ਅਸੀਂ ਖੁਦਾ ਦੇ ਕਲਾਮ ਨੂੰ ਜਿਹੜਾ ਉਹ ਸਿੱਖਦੇ ਜਾਣਾ ਆ। ਸੋ ਇਹ ਮਿਲਾਪ ਦੇ ਤੰਬੂ ਦੀ ਕਨਾਤ ਤੋਂ ਅਸੀਂ ਪਵਿੱਤਰਤਾਈ ਦਾ ਹਿੱਸਾ ਲਿਆ ਆ। ਪਵਿੱਤਰਤਾਈ ਦੇ 3 ਭਾਗ ਆ। ਜਿਹੜਾ ਅਸੀਂ ਪਹਿਲਾ ਭਾਗ ਸਿੱਖ ਚੁੱਕੇ ਹਾਂ ਮੁਕਤੀ, ਕਿਉਂਕਿ ਕਨਾਤ ਜਿਹੜੀ ਆ ਕਨਾਤ ਦੇ 3 ਹਿੱਸੇ ਆ। ਕਨਾਤ ਚਿੱਟੇ ਰੰਗ ਦੀ ਆ ਤੇ ਪਹਿਲਾ ਹਿੱਸਾ ਸਿੱਖ ਚੁੱਕੇ ਹਾਂ ਪਵਿੱਤਰ ਮੁਕਤੀ। ਚਿੱਟਾ ਰੰਗ ਮੁਕਤੀ ਦਾ ਪ੍ਰਤੀਕ ਆ ਤੇ ਚਿੱਟਾ ਰੰਗ ਪਵਿੱਤਰਤਾਈ ਦਾ ਪ੍ਰਤੀਕ ਆ ਤੇ ਚਿੱਟਾ ਰੰਗ ਧਾਰਮਿਕਤਾ ਦਾ ਪ੍ਰਤੀਕ ਆ। ਸੋ ਇਸ ਕਰਕੇ ਅਸੀਂ ਹੁਣ ਪਵਿੱਤਰਤਾਈ ਦੇ ਬਾਰੇ ਸਿੱਖਦੇ ਪਏ ਹਾਂ। ਪਿਛਲੇ ਦਿਨਾਂ 'ਚ ਅਸੀਂ ਸਿੱਖਿਆ ਸੀਗਾ ਅਫਰੇਮ ਦੇ ਬਾਰੇ। ਅਫਰੇਮ ਕੌਣ ਸੀਗਾ? ਅਫਰੇਮ ਕੌਣ ਸੀਗਾ? ਯੂਸਫ ਦਾ ਪੁੱਤਰ। ਰਾਤੀ ਇਹ ਸਵਾਲ ਉਹਨਾਂ ਨੇ ਉੱਥੇ ਪੁੱਛਿਆ, ਟੀਚਰ ਨੇ ਪੁੱਛਿਆ ਸੀ ਤੇ ਕਈਆਂ ਨੂੰ ਜਿੱਦਾਂ ਹੁਣ ਨਹੀਂ ਪਤਾ ਲੱਗਦਾ, ਉੱਥੇ ਵੀ ਕਈਆਂ ਨੂੰ ਪਤਾ ਨਹੀਂ ਲੱਗਾ। ਸਾਰੇ ਸੇਵਕ ਹੀ ਸੀਗੇ, ਕਿਸੇ ਨੂੰ ਪਤਾ ਨਹੀਂ ਸੀ ਵੀ ਅਫਰੇਮ ਕੌਣ ਹੈ ਤੇ ਮਨੱਸ਼ੇ ਕੌਣ ਹੈ। ਸੋ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਜਿਹੜੀਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ, ਰੱਖਣੀਆਂ ਚਾਹੀਦੀਆਂ। ਤੇ ਮੈਸੇਜ ਆਪਾਂ YouTube ਚੈਨਲ 'ਤੇ ਪਾਇਆ ਹੋਇਆ, ਉੱਥੇ ਤੁਸੀਂ ਕਦੇ ਕਦੇ ਸੁਣ ਸਕਦੇ ਹੋ ਮੇਨ ਗੱਲਾਂ। ਤੇ ਅਸੀਂ ਸਿੱਖਦੇ ਸੀ ਪਵਿੱਤਰਤਾਈ ਦੇ ਬਾਰੇ। ਸੋ ਅਸੀਂ ਸਿੱਖਿਆ ਸੀਗਾ ਕਿ ਅਫਰੇਮ ਜਿਹੜਾ ਹੈ ਨਾ ਉਹਨੂੰ ਪਤਾ ਉਹਨੂੰ ਪਤਾ ਨਹੀਂ ਲੱਗਿਆ, ਉਹਦੀ ਸ਼ਕਤੀ ਜਿਹੜੀ ਆ ਉਹ ਕੋਈ ਹੋਰ ਹੀ ਖਾ ਗਿਆ। ਇੱਕ ਵਾਰ ਪੜ੍ਹ ਲਿਆ ਸਾਨੂੰ ਉੱਥੇ ਸਟਾਰਟ ਕਰਾਂਗੇ ਤਾਂ ਕਿ ਅਸੀਂ ਜੁੜ ਜਾਈਏ ਉਸ ਹਿੱਸੇ ਨਾਲ। ਆਈਏ ਹੋਸ਼ਿਆ ਦੀ ਕਿਤਾਬ ਅਸੀਂ ਪੜ੍ਹਾਂਗੇ। ਹੋਸ਼ਿਆ 7 ਬਾਬ ਉਹਦੀ 8 ਔਰ 9 ਐਤ। ਅਬਰਾਹੀਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ। ਹਾਂਜੀ, ਅਬਰਾਹੀਮ ਇੱਕ ਚਪਾਟੀ ਹੈ ਜੋ ਉਲਟਾਈ ਨਾ ਗਈ। ਹਾਂਜੀ, ਅਫਰੇਮ ਜਿਹੜਾ ਆ ਅਫਰੇਮ ਇਹ ਯੂਸਫ ਦਾ ਪੁੱਤਰ ਆ। ਲਿਖਿਆ ਉਹ ਆਪਣੇ ਆਪ ਨੂੰ ਲੋਕਾਂ ਦੇ ਨਾਲ ਕੀ ਕਰਦਾ ਆ? ਮਿਲਾਉਂਦਾ ਆ। ਮੰਨ ਲਓ ਅਸੀਂ ਜਦੋਂ ਲੱਸੀ ਬਣਾਉਂਦੇ ਆ, ਦਹੀਂ ਨੂੰ ਰਿੜਕਦੇ ਆ ਅਸੀਂ ਤੇ ਫਿਰ ਕੀ ਬਣ ਜਾਂਦਾ? ਲੱਸੀ ਬਣ ਜਾਂਦੀ ਨਾ। ਪਰ ਲੱਸੀ ਦੇ ਵਿੱਚ ਜਦੋਂ ਅਸੀਂ ਕੋਈ ਹੋਰ ਚੀਜ਼ ਮਿਲਾ ਦਿੰਦੇ ਆ, ਪਿਛਲੇ ਦਿਨਾਂ ਦੇ ਵਿੱਚ ਗਰਮੀਆਂ ਸੀਗੀਆਂ, ਹਾਲੇ ਵੀ ਗਰਮੀਆਂ, ਪਰ ਜਦੋਂ ਜ਼ਿਆਦਾ ਗਰਮੀਆਂ ਦੇ ਵਿੱਚ ਅਸੀਂ ਕੰਮ ਕਰਦੇ ਨਾ ਤੇ ਸਾਡੇ ਕੁਝ ਭਾਈ ਨਾਲ ਪਾਕਿਸਤਾਨ ਦੇ ਭਾਈ ਵੀ ਉਹ ਵੀ ਕੰਮ ਕਰਦੇ ਆ। ਉਹਨਾਂ ਕੀ ਕਰਨਾ, ਉਹਨਾਂ ਲੱਸੀ ਮੰਗਾਉਣੀ ਆ ਤੇ ਲੱਸੀ ਵਿੱਚ ਡੂਹ ਪਾ ਦੇਣੀ ਤੇ ਫਿਰ ਲੱਸੀ ਨਾ ਰਹੀ। ਸੋ ਅਫਰੇਮ ਨੇ ਇੱਦਾਂ ਕੀਤਾ ਹੋਇਆ। ਅਫਰੇਮ ਨੇ ਕੀ ਕੀਤਾ ਆ? ਅਫਰੇਮ ਲੋਕਾਂ ਦੇ ਨਾਲ ਮਿਲ ਗਿਆ, ਕਿਉਂਕਿ ਉਹਦੇ ਮਨ ਦੇ ਵਿੱਚ ਕੋਈ ਰੰਜ ਹੋਏਗਾ ਉਹਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਖਿਆਲ ਕਿ ਮੇਰੇ ਪਿਤਾ ਨੇ ਮੇਰੇ ਲਈ ਚੰਗਾ ਨਹੀਂ ਕੀਤਾ ਜਾਂ ਮੇਰਿਆਂ ਚਾਚਿਆਂ ਤਾਇਆਂ ਨੇ ਮੇਰੇ ਵਾਸਤੇ ਚੰਗਾ ਨਹੀਂ ਕੀਤਾ। ਇਸ ਕਰਕੇ ਉਹ ਕੀ ਕਿਹਾ? ਉਹਨੇ ਕੀ ਕੀਤਾ? ਉਹ ਫਿਰ ਦੂਜੇ ਲੋਕਾਂ ਦੇ ਨਾਲ ਮਿਲ ਗਿਆ। ਜਦ ਦੂਜੇ ਲੋਕਾਂ ਦੇ ਨਾਲ ਮਿਲ ਗਿਆ ਤੇ ਪਰਮੇਸ਼ਰ ਨੂੰ ਕੀ ਨਾਮ ਦਿੱਤਾ ਆ? ਉਹ ਕਿਹੜੀ ਚਪਾਤੀ ਆ? ਜਿਹੜੀ ਪਲਟੀ ਨਹੀਂ ਗਈ, ਜਾਨੀ ਇੱਕੋ ਹੀ ਪਾਸੇ ਆ ਤੇ ਉਹ ਸੜ ਗਈ ਆ। ਉਸ ਤੋਂ ਅੱਗੇ ਹਾਂਜੀ, ਓਪਰੇ ਉਹਦੀ ਸ਼ਕਤੀ ਨੂੰ ਖਾ ਗਏ। ਇੱਕੋ ਪਾਸੇ ਚਪਾਤੀ ਸਿੱਕਦੀ ਰਹੀ ਆ ਤੇ ਉਹ ਜਿਹੜੀ ਆ ਜਲ ਗਈ ਆ ਤੇ ਜਲੀ ਹੋਈ ਚਪਾਤੀ ਨੂੰ ਕੋਈ ਪਸੰਦ ਕਰਦਾ ਨਹੀਂ। ਇਸੇ ਤਰ੍ਹਾਂ ਜੇਕਰ ਅਸੀਂ ਰਲ ਮਿਲ ਜਾਵਾਂਗੇ ਕਿਸੇ ਦੇ ਨਾਲ ਤੇ ਅਸੀਂ ਵੀ ਉਸੇ ਚਪਾਤੀ ਦੀ ਤਰ੍ਹਾਂ ਬਣ ਜਾਵਾਂਗੇ, ਸਾਡੀ ਪਵਿੱਤਰਤਾ ਖਤਮ ਹੋ ਜਾਵੇਗੀ ਤੇ ਫਿਰ ਜੇ ਪਵਿੱਤਰਤਾ ਹੀ ਨਾ ਰਹੀ ਤੇ ਫਿਰ ਪਰਮੇਸ਼ਵਰ ਨੂੰ ਵੀ ਅਸੀਂ ਪਸੰਦ ਆਉਣਾ ਨਹੀਂ। ਲਿਖਿਆ ਉਹ ਉਸ ਚਪਾਤੀ ਦੀ ਤਰ੍ਹਾਂ ਜਿਹੜੀ ਪਲਟੀ ਨਹੀਂ ਗਈ, ਉਹਦੀ ਸ਼ਕਤੀ ਨੂੰ ਕੋਈ ਹੋਰ ਖਾ ਗਏ। ਤਾਕਤ ਨੂੰ ਇੱਦਾਂ ਲਿਖਿਆ ਜੀ, ਦੁਬਾਰਾ ਪੜ੍ਹੀਏ। ਓਪਰੇ ਉਸਦੀ ਸ਼ਕਤੀ ਨੂੰ ਖਾ ਗਏ। ਸਾਡੀ ਸ਼ਕਤੀ ਪਵਿੱਤਰ ਆਤਮਾ ਆ ਤੇ ਪਵਿੱਤਰ ਆਤਮਾ ਕਈਆਂ ਕਾਰਨਾਂ ਕਰਕੇ ਉਹ ਬੁੱਝ ਜਾਂਦਾ। ਪਵਿੱਤਰ ਆਤਮਾ ਨੂੰ ਅਸੀਂ ਬੁਝਾ ਦਿੰਦੇ ਆ ਤੇ ਪਵਿੱਤਰ ਆਤਮਾ ਫਿਰ ਕਾਰਜ ਨਹੀਂ ਕਰਦਾ ਤੇ ਉਹਦੀ ਸ਼ਕਤੀ ਜਿਹੜੀ ਆ ਉਹ ਕੋਈ ਹੋਰ ਖਾ ਗਿਆ। ਹਾਂਜੀ, ਅਤੇ ਉਹ ਇਹ ਨਹੀਂ ਜਾਣਦਾ। ਕੀ ਨਹੀਂ ਜਾਣਦਾ? ਹਾਂਜੀ, ਉਹਦੇ ਧੌਲੇ ਆਉਣ ਲੱਗ ਪਏ ਹਨ। ਉਹਦੇ ਧੌਲੇ ਆਉਣ ਲੱਗ ਪਏ। ਇੱਦਾਂ ਲੱਗਦਾ ਵੀ ਇਦਾਂ ਇਹ ਧੌਲੇ ਆਉਣਾ ਇੱਕ ਮੁਹਾਵਰਾ ਹੁੰਦਾ ਨਾ, ਕਹਾਵਤਾਂ ਪ੍ਰੋਵਰਬਸ ਦਾ ਜਿੱਦਾਂ ਇਹ ਲੱਗਦਾ ਮੁਹਾਵਰਾ ਹੈ ਵੀ ਧੌਲੇ ਆਉਣ ਲੱਗ ਪੈਣਾ। ਇਹਦੇ ਆਪਾਂ ਸਿੱਖਿਆ ਸੀ ਥੋੜਾ ਜਿਹਾ ਵੀ ਧੌਲੇ ਆਉਣ ਦਾ ਮਤਲਬ ਕੀ ਆ। ਹਾਂਜੀ, ਉਸ ਤੋਂ ਅੱਗੇ ਪੜਾਂਗੇ। ਅਤੇ ਉਹ ਇਹ ਨਹੀਂ ਜਾਣਦਾ। ਔਰ ਇਹ ਨਹੀਂ ਜਾਣਦਾ, ਉਹਦੇ ਧੌਲੇ ਆ ਗਏ, ਉਹਦੀ ਸ਼ਕਤੀ ਕੋਈ ਹੋਰ ਖਾ ਗਿਆ, ਉਹਨੂੰ ਪਤਾ ਲੱਗਾ ਨਹੀਂ। ਇਸੇ ਤਰ੍ਹਾਂ ਇਮਾਨਦਾਰਾਂ ਦੇ ਨਾਲ ਵੀ ਇੱਦਾਂ ਹੁੰਦਾ ਆ। ਕਈ ਵਾਰ ਸਾਡੇ ਅੰਦਰੋਂ ਜਿਹੜੀ ਆ ਇਮਾਨਦਾਰੀ ਨੂੰ ਕੋਈ ਖਾ ਜਾਂਦਾ, ਕਈ ਵਾਰ ਇਸੇ ਤਰ੍ਹਾਂ ਸਾਡੇ ਕੋਈ ਵਫਾਦਾਰੀ ਨੂੰ ਖਾ ਜਾਂਦਾ, ਕਈ ਵਾਰ ਇਸੇ ਤਰ੍ਹਾਂ ਸਾਡੀ ਪਵਿੱਤਰਤਾ ਨੂੰ ਕੋਈ ਖਾ ਜਾਂਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰ ਸਾਡੇ ਅਕਾਊਂਟ ਵਿੱਚੋਂ ਪੈਸੇ ਹੀ ਨਿਕਲ ਜਾਂਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰ ਸਾਡੇ ਚੀਜ਼ਾਂ ਚੋਰੀ ਹੋ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਡਾ ਬਹੁਤ ਕੁਝ ਚੋਰੀ ਹੋ ਜਾਂਦਾ ਆ। ਇਮਾਨਦਾਰਾਂ ਦਾ ਜਿਹਦਾ ਸੰਬੰਧ ਪ੍ਰਭੂ ਦੇ ਨਾਲ ਆ, ਪਰਮੇਸ਼ਰ ਦੇ ਨਾਲ ਆ, ਉਹ ਚੋਰੀ ਹੋ ਜਾਂਦਾ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ। ਸੋ ਇਸ ਕਰਕੇ ਪਵਿੱਤਰਤਾ ਜਿਹੜੀ ਆ ਬੜੀ ਜ਼ਰੂਰੀ ਆ, ਅਲੱਗਤਾਈ ਬੜੀ ਜ਼ਰੂਰੀ ਆ ਦੁਨੀਆ ਤੋਂ ਹਟ ਕੇ।
ਪਾਪ ਤੋਂ ਹਟ ਕੇ, ਝੂਠ ਤੋਂ ਹਟ ਕੇ, ਗੁਨਾਹ ਤੋਂ ਹਟ ਕੇ ਜਿਹੜੀ ਆ ਪਵਿੱਤਰਤਾ ਹੀ ਬਹੁਤ ਹੀ, ਅਲੱਗਤਾ ਹੀ ਬਹੁਤ ਹੀ ਜ਼ਰੂਰੀ ਆ। ਸੋ ਜੇਕਰ ਅਸੀਂ ਰਲ ਮਿਲ ਜਾਵਾਂਗੇ ਪ੍ਰੇਮ ਦੀ ਤਰ੍ਹਾਂ, ਤੇ ਫਿਰ ਸਾਨੂੰ ਵੀ ਪਤਾ ਨਹੀਂ ਲੱਗੇਗਾ ਸਾਡੇ ਨਾਲ ਕੀ ਹੋ ਗਿਆ। ਆਓ ਅਸੀਂ ਇੱਕ ਆਇਤ ਪੜਾਂਗੇ ਬਾਈਬਲ ਦੇ ਵਿੱਚੋਂ। ਗਿਣਤੀ ਦੀ ਕਿਤਾਬ ਉਸ ਦਾ 23 ਬਾਬ, ਮੇਰੇ ਕੋਲ 23 ਬਾਬ ਉਸ ਦਾ ਲਿਖਿਆ, ਪਰ ਮੈਨੂੰ ਥੋੜਾ ਡਾਊਟ ਆ, ਜੇ ਕੁਛ ਇਸ ਤਰ੍ਹਾਂ ਦਾ ਹੋਇਆ ਤਾਂ ਫਿਰ ਆਪਾਂ 22 ਚੈਪਟਰ ਪੜਾਂਗੇ। ਹਾਂਜੀ 23 ਬਾਬ ਉਹਦੀ 6 ਤੋਂ 9 ਇਸ ਪੜਾਂਗੇ। ਤਾਂ ਉਹ ਉਹਦੇ ਕੋਲ ਮੁੜ ਆਇਆ ਅਤੇ ਵੇਖੋ ਉਹ ਆਪਣੇ ਚੜਾਵੇ ਕੋਲ ਖਲੋਤਾ ਸੀ ਅਤੇ ਉਹਦੇ ਨਾਲ ਮੁਆਬ ਦੇ ਸਾਰੇ ਸਰਦਾਰ ਸਨ। ਠੀਕ, ਚਲੋ ਆਪਣਾ 22 ਤੇ ਆ ਜਾਓ। ਹਾਂ 22 ਬਾਬ ਦੀ 7 ਤੋਂ ਅਸੀਂ ਪੜਾਂਗੇ। ਤਾਂ ਮੁਆਬ ਦੇ ਬਜ਼ੁਰਗ ਔਰ ਮਿਦਿਆਨ ਦੇ ਬਜ਼ੁਰਗ ਚੱਲ ਪਏ ਅਤੇ ਉਹਨਾਂ ਦੇ ਹੱਥਾਂ ਵਿੱਚ ਬਾਤ ਪਾਉਣ ਦੇ ਇਨਾਮ ਸਨ ਅਤੇ ਉਹ ਮਿਦਿਆਨ ਕੋਲ ਆ ਕੇ ਉਹਨੂੰ ਬਲਾਕ ਦੀਆਂ ਗੱਲਾਂ ਬੋਲੇ। ਬਸ ਜੀ, ਇਸ ਜਗ੍ਹਾ ਤੇ ਦੋ ਨਾਮ ਆਏ ਆ, ਇੱਕ ਮਿਦਿਆਨ ਦਾ ਨਾਮ ਆਇਆ, ਇੱਕ ਨਾਮ ਆਇਆ ਮੁਆਬ ਦਾ। ਸੋ ਮੁਆਬ ਤੇ ਮਿਦਿਆਨ ਦੇ ਬਾਰੇ ਅਸੀਂ ਪਿੱਛੇ ਪੜ੍ਹ ਕੇ ਆ ਚੁੱਕੇ ਹਾਂ ਵੀ ਉਹ ਕੌਣ ਆ। ਇਹਨਾਂ ਸੋਚ ਲਓ, ਪਿੱਛੇ ਸਾਨੂੰ ਜਾਣ ਦੀ ਲੋੜ ਨਹੀਂ। ਇਹਨਾਂ ਅਸੀਂ ਸਮਝ ਸਕਦੇ ਹਾਂ ਕਿ ਇਹ ਜਿਹੜੇ ਦੋਨੇ ਕੌਮਾਂ ਆ ਨਾ, ਇਹ ਪਰਮੇਸ਼ਵਰ ਦੇ ਹਮੇਸ਼ਾ ਹੀ ਖਿਲਾਫ ਰਹੀਆਂ, ਹਮੇਸ਼ਾ ਹੀ ਪਰਮੇਸ਼ਵਰ ਦੇ ਲੋਕਾਂ ਦੇ ਖਿਲਾਫ ਰਹੀਆਂ, ਹਮੇਸ਼ਾ ਹੀ ਪਰਮੇਸ਼ਵਰ ਦੀ ਕੌਮ ਇਸਰਾਇਲ ਦੇ ਖਿਲਾਫ ਰਹੀਆਂ ਆ। ਇਹਨਾਂ ਦੇ ਬਜ਼ੁਰਗ ਖੜੇ ਆ, ਉਸ ਤੋਂ ਅੱਗੇ ਪੜ੍ਹਾਂਗੇ ਜੀ। ਤਾਂ ਉਸ ਉਹਨਾਂ ਨੂੰ ਆਖਿਆ ਤੁਸੀਂ ਇੱਥੇ ਰਾਤ ਟਿਕੋ ਅਤੇ ਜਿਵੇਂ ਯਹੋਵਾ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਹਾਂਜੀ ਬਸ ਜੀ, ਇਸ ਜਗ੍ਹਾ ਤੇ ਬਲਿਆਮ ਦੇ ਕੋਲ ਮਿਦਿਆਨ ਔਰ ਮੁਆਬ ਦੇ ਬਜ਼ੁਰਗ ਆਏ ਆ। ਕਿਹਦਾ ਸੁਨੇਹਾ ਲੈ ਕੇ ਆਏ ਆ? ਬਲਾਕ ਦਾ, ਜਿਹੜਾ ਕਿ ਉਸ ਜਗ੍ਹਾ ਤੇ ਇੱਕ ਰਾਜਾ ਆ, ਬਲਾਕ ਰਾਜਾ ਆ, ਜਿਹਨੇ ਸੁਨੇਹਾ ਘੱਲਿਆ ਬਲਿਆਮ ਨੂੰ ਕਿ ਇਸਰਾਇਲ ਕੌਮ ਜਿਹੜੀ ਆ ਮੈਨੂੰ ਤੰਗ ਬਹੁਤ ਕਰਦੀ ਆ। ਜਿੱਦਾਂ ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਈਸਾਈ ਜਿਹੜੇ ਤੰਗ ਬਹੁਤ ਕਰਦੇ ਆ, ਘਰਾਂ ਘਰਾਂ 'ਚ ਜਾਂਦੇ ਆ, ਪਰਚੇ ਸੁੱਟਦੇ ਆ, ਗੀਤ ਗਾਉਂਦੇ ਆ, ਕਲਾਮ ਸੁਣਾਉਂਦੇ ਆ, ਚੰਗਿਆ ਕਰਦੇ ਆ, ਬਰਕਤਾਂ ਦਿੰਦੇ ਆ, ਹੈ ਨਾ। ਉਸੇ ਤਰ੍ਹਾਂ ਇਸ ਬਲਾਕ ਰਾਜਾ ਨੂੰ ਵੀ ਇਹ ਪਤਾ ਲੱਗਾ ਕਿ ਇਸਰਾਇਲ ਕੌਮ ਮੈਨੂੰ ਤੰਗ ਬਹੁਤ ਕਰਦੀ ਆ। ਇਹਨੇ ਕੀ ਕੀਤਾ? ਇਹਨੇ ਮਿਦਿਆਨ ਦੇ ਬਜ਼ੁਰਗ, ਮਿਦਿਆਨੀਆਂ ਦੇ ਬਜ਼ੁਰਗਾਂ ਨੂੰ ਔਰ ਮੁਆਬ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਤੇ ਉਹਨੂੰ ਇਹਨਾਂ ਨੇ ਬਲਿਆਮ ਦੇ ਕੋਲ ਘੱਲਿਆ। ਬਲਿਆਮ ਦੇ ਕੋਲ ਇਹ ਕਹਿ ਕੇ ਘੱਲਿਆ ਕਿ ਭਾਈ ਸਾਡੀ ਤੂੰ ਮਦਦ ਕਰ। ਔਰ ਬਲਿਆਮ ਉਸ ਵੇਲੇ ਖੁਦਾ ਦਾ ਨਬੀ ਆ ਤੇ ਰੱਬ ਉਹਦੀ ਬੜੀ ਮੰਨਦਾ ਆ। ਜੇ ਰੱਬ ਕਿਸੇ ਦੀ ਮੰਨਦਾ ਹੋਵੇ ਤੇ ਫਿਰ ਅਸੀਂ ਸਿਫਾਰਿਸ਼ ਕਰਦੇ ਹਾਂ ਵੀ ਉਸ ਪਾਸਟਰ ਕੋਲੋਂ ਪ੍ਰਾਰਥਨਾ ਕਰਾ, ਉਸ ਪਾਸਟਰ ਦੇ ਕੋਲੋਂ ਤੇਲ ਮੱਸਾ ਕਰਾ ਕੇ ਲਿਆ, ਉਸ ਪਾਸਟਰ ਦੇ ਕੋਲੋਂ ਪਾਣੀ ਮੱਸਾ ਕਰਾ ਕੇ ਲਿਆ, ਫਿਰ ਸਿਫਾਰਿਸ਼ ਕਰਦੇ ਨਾ ਸੀ। ਸੋ ਇਸੇ ਤਰ੍ਹਾਂ ਬਲਾਕ ਨੇ ਕਿਹਾ ਬਜ਼ੁਰਗਾਂ ਨੂੰ ਕਿ ਜਾਓ, ਤੁਸੀਂ ਬਜ਼ੁਰਗਾਂ ਨੂੰ ਕਿਹਾ ਜਾਓ ਤੁਸੀਂ ਬਲਿਆਮ ਦੇ ਕੋਲ ਜਾਓ ਤੇ ਰੱਬ ਉਹਦੀ ਮੰਨਦਾ ਬੜਾ ਆ ਤੇ ਉਹਦੇ ਕੋਲ ਜਾ ਕੇ ਮੇਰਾ ਸਾਰਾ ਦੁੱਖੜਾ ਦੱਸੋ ਭਈ ਇਸਰਾਇਲ ਕੌਮ ਮੈਨੂੰ ਤੰਗ ਬਹੁਤ ਕਰਦੀ ਆ, ਦੁੱਖ ਬਹੁਤ ਦਿੰਦੀ ਆ ਤੇ ਮੈਂ ਉਹਨਾਂ ਦਾ ਕੀ ਹੱਲ ਕਰਾਂ। ਉਸ ਤੋਂ ਅੱਗੇ ਪੜਾਂਗੇ ਜੀ। ਉਪਰੰਤ ਮੁਆਬ ਦੇ ਸਰਦਾਰ ਬਲਿਆਮ ਨਾਲ ਠਹਿਰੇ। ਹਾਂ, ਮੁਆਬ ਦੇ ਸਰਦਾਰ ਜਿਹੜੇ ਸੀਗੇ ਉਹ ਬਲਿਆਮ ਦੇ ਕੋਲ ਪਹੁੰਚ ਗਏ ਤੇ ਉਹਦੇ ਕੋਲ ਠਹਿਰੇ ਆ। ਹਾਂਜੀ, ਪਰਮੇਸ਼ਰ ਨੇ ਬਲਿਆਮ ਕੋਲ ਆ ਕੇ ਆਖਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ? ਹਾਂਜੀ, ਪੜ੍ਹੀਏ। ਅੱਗੋਂ ਬਲਿਆਮ ਨੇ ਪਰਮੇਸ਼ਰ ਨੂੰ ਆਖਿਆ ਸਪੋਰ ਦੇ ਪੁੱਤਰ ਬਲਾਕ ਮੁਆਬ ਦੇ ਰਾਜੇ ਨੇ ਉਹਨਾਂ ਨੂੰ ਮੇਰੇ ਕੋਲ ਇਹ ਆਖ ਕੇ ਭੇਜਿਆ ਕਿ ਵੇਖੋ ਇਹ ਉਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸਨੇ ਧਰਤੀ ਦੀ ਪਰਤ ਨੂੰ ਢੱਕ ਲਿਆ ਹੈ। ਪੜ੍ਹੀਏ। ਹੁਣ ਆਖ ਕੇ ਆ ਮੇਰੇ ਲਈ ਉਹਨਾਂ ਨੂੰ ਬਦਦੁਆ ਦੇ, ਸ਼ਾਇਦ ਮੈਂ ਉਹਨਾਂ ਨਾਲ ਲੜ ਸਕਾਂ ਤਾਂ ਜੋ ਉਹਨਾਂ ਨੂੰ ਫੜ ਦਿਆਂ। ਹਾਂਜੀ, ਇਸ ਜਗ੍ਹਾ ਤੇ ਪਰਮੇਸ਼ਵਰ ਨੇ ਤੁਰੰਤ ਪਤਾ ਲਾ ਲਿਆ। ਪਰਮੇਸ਼ਵਰ ਨੇ ਬਲਿਆਮ ਦੇ ਨਾਲ ਗੱਲ ਕੀਤੀ ਆ ਕਿ ਮੈਨੂੰ ਦੱਸ ਵੀ ਇਹ ਲੋਕ ਹੈ ਕੌਣ, ਇਹ ਤੇਰੇ ਕੋਲ ਕੀ ਕਰਨ ਵਾਸਤੇ ਆਏ ਆ। ਤੇ ਉਹਨੇ ਦੱਸਿਆ ਵੀ ਸਿਪੋਰ ਦੇ ਰਾਜਾ ਬਲਾਕ ਨੇ ਘੱਲੇ ਹੋਏ ਆ ਕਿ ਇਹ ਮੇਰੇ ਕੋਲ ਆਏ ਆ ਵੀ ਤਾਂ ਕਿ ਮੈਂ ਇਸਰਾਇਲ ਕੌਮ ਨੂੰ ਕੀ ਕਰਾਂ। ਹਾਂਜੀ, ਵੱਧ ਦੁਆ ਦੇਵਾਂ, ਇਸਰਾਇਲ ਕੌਮ ਨੂੰ ਵੱਧ ਦੁਆ ਦੇਵਾਂ ਮੈਂ। ਸੋ ਇਸ ਕਰਕੇ ਉਹਨਾਂ ਨੇ ਮੈਨੂੰ ਰਾਜੇ ਨੇ ਇਹਨਾਂ ਨੇ ਮੇਰੇ ਕੋਲ ਘੱਲਿਆ ਆ ਕਿ ਮੈਂ ਉਹਨਾਂ ਨੂੰ ਵੱਧ ਦੁਆ ਦੇਵਾਂ। ਵੱਧ ਦੁਆ ਕਦੋਂ ਬਣਾ? ਕਿਉਂਕਿ ਚੜ੍ਹਾਈ ਹੋ ਗਈ ਇਸਰਾਇਲ ਕੌਮ ਦੀ, ਨਿਕਲੇ ਮਿਸਰ ਵਿੱਚੋਂ ਆ, ਜਦੋਂ ਨਿਕਲੇ ਆ ਤੇ ਬੜਾ ਕੁਛ ਲੈ ਕੇ ਨਿਕਲੇ ਆ।
सोना चांदी, अपने इज्जत बग, अपने परिवार के मैंबर, अपने बजुर्ग, अपने जवान, अपने बच्चे, वो बड़ा कुछ लैके निकलिया। तो गुआढ़ियों के कोल भी जो कुछ उन्होंने मिलिया वो भी लैके निकल गए। असीं भी एक दिन इदा निकलना इतों, बड़ा कुछ लैके, है ना। और असीं भी चांदी और सोने वांगू अपना ईमान लैके निकलना, पवित्रताई लैके निकलना, मजबूती लैके निकलना इस दुनिया तो, है ना। इस तरह मसीह निकले उतों। तो बलिहाम ने कहा भी ये मैनू कहना भी बद दुआ दे इस कौम नूं, क्योंकि धरती की परत नूं इन्होंने भर लिया। क्यों भर लिया भला धरती की परत नूं? बहुत सारे है ना, बहुत गिनती दे विच आ। ये गिनती एवें नहीं वध गई, अब्राहम दे नाल वादा सी, ये गिनती तां वध के उत्थों आई आ। गए तो थोड़े जने सीगे मिस्र दे विच, पर आए किन्ने? लखां की गिनती दे विच। जो अब्राहम दे नाल वादा किया परमेश्वर ने वो पूरा किया, और लिखिया इन्होंने धरती नूं भर लिया आ। ते मैनूं बड़ा इन्हां तों दुख आ, इन्हां दी चढ़ाई हो गई है, मैनूं बड़ी तकलीफ आ। ते बलिहाम परमेश्वर नूं कहंदा भी इन्हां ने मैनूं कहा भी इस कौम नूं बद दुआ दे। इदां दे काम भी कई बार हो जाते हैं। नबियां नूं कहा जाता कि भाई मेरे वास्ते प्रार्थना करो वधिया तरीके नाल चंगा होने लई, ते गुआंढियां दे वास्ते उन्हां दी प्रार्थना ना करियो, है ना। ये राजे ने कहा भाई बलिहाम नबी दे कोल आया। नबी किहदा है? नबी ये बलाक दा नबी निगा, पर किहदा नबी आ? परमेश्वर दा नबी आ। और परमेश्वर दे नाल गलबात करदे उन्हें कहा कि मैनूं इन्हां ने कहा भी तू इसराइल कौम नूं की कर, बद दुआ दे। सो जिन्हों परमेश्वर ने बरकत दित्ती आ, जिहदे वास्ते परमेश्वर ने सारियां चीज़ां मुहैया कीतियां आ, ते उहदे वास्ते फिर कोई नबी दा सराप चल सकदा? बलिहाम ने दसिया अपने अगले हिस्से में कहा कि इसराइल उत्ते जादू नहीं चलता, ते ना यहूदा उत्ते फाल चलती है। इसराइल ते जादू चलता नहीं, पर फिर भी अज असीं वेखदे हैं कई बारी विश्वासियों उत्ते चल जाता। क्यों चल जाता भला? क्योंकि परमेश्वर दे नाल उन्हां दा रिश्ता इन्ना गूढ़ा होया नहीं। फिर वो जो जादू चलता ना, उदों पता लगता कि भाई वाकई जादू चल गया, कोई गड़बड़ आ। गलातिया में संत पौलुस ने कहा, हे मूर्ख गलातियो, किहने तुहाडे ते जादू पा दिते? ना जादू या किसी न किसी तरह जादू पै जाता है। दुआ ना करन दा जादू, बाइबल ना पढ़न दा जादू, चर्च विच ना आउण दा जादू, सेवकां दी ना मनण दा जादू, माँ बाप दा आदर ना करन दा जादू। ये जादू ही आ। माँ बाप भी कहते पहला जो कॉलेज नहीं सी जाता, स्कूल नहीं सी जाता, जो दुबई नहीं सी गया, तो उदों बड़ा प्यार सानू करता सीगा, सानू बड़ा पुछदा कीता सीगा, और सानू दुआ दारू दिंदा हुंदा सीगा, और साडी टहल सेवा करदा हुंदा सीगा। पर जदों दा कॉलेज जान लगा, जदों दा दुबई गया, एक बारी फोन नहीं किया। इसदा मतलब कोई जादू दुबई विचों कोई जादू चल गया। पर जेकर असी रब दे नाल बचे हुए हैं, जुड़े हुए हैं, तो फिर इदां दा जादू साडे तो चलना नहीं आ। बोला हालेलुया। बलिहाम ने क्या परमेश्वर ने दसिया कि इन्हां ने मेरे को बजुर्ग घल्ले आ भी तां कि मैं इसराइल नूं बद दुआ दवां। उस तो अगे पढ़ांगे। पर परमेश्वर ने बलिहाम नूं आख्या, इन्हां नाल ना जाई, ना इस प्रजा नूं शराब देई, क्यों जो ओ मुबारक हन। हाँ जी, परमेश्वर ने की किया? इन्हां नूं शराप ना दई, ना इन्हां दे नाल जाई, क्योंकि ये की है परमेश्वर दे मुबारक लोग आ। वो धन जिससे बख्शे गए सब गुनाह ते ढके गए, हाँ जी ढके गए सारे औगण सदा। ये किदां होया भला? ये परमेश्वर की कृपा दे नाल। जो तौबा करने आ ते परमेश्वर साडे पापां नूं जिहड़ा ढक लैंदा आ, और साडे गुनाहां नूं माफ कर दिंदा आ। साडे औगणां नूं परमेश्वर याद नहीं करता। पर जदों किते परमेश्वर ने लगे भई ये बंदे ने तौबा दा कीती सीगी, पर इहनूं फिर तौबा की लोड़ पै गई आ, तो फिर की होवेगा? फिर हो सकता साडे पर कोई जादू चल जाए, क्योंकि परमेश्वर की कृपा उठ गई आ। ਇਹਦਾ मतलब जादू चल सकता आ। एक बारी मैं इंडिया तो वापस आ रहा सीगा, सुनो दस दूँ क्यों तुहानूं? इंडिया तो मैं आ रहा सीगा, ते बैग मैं चक के गड्डी दे विच रखिया। बैग जो गड्डी 'च रखिया, तो कुछ भी नहीं बैग दे विच,
एयरपोर्ट से मैं गया, मैं खुद लगेज कराया उत्थे, भार पूरा कराया, तो बैग बड़ा सोहना लाल रंग का बैग सीगा मेरे को। निशानी होंगी ना, कईयां ने अट्टा बन्निया होंदा भी आ पता लगे भी मेरा ही बैग आ, तो कईयां ने लाल रंग का बैग रखा होंदा जां इदां दा कोई तरह निशानी रखी होंगी, तो मैं लाल बैग सीगा, मैं चलो निशानियां दूर ही। जब मैं पहुंचा दुबई एयरपोर्ट से, इत्थे जब पहुंचा तो बैग मैं दूरों वेख लिया, रंग लाल सीगा, दूरों नज़र आउंदा सीगा, मैं वेख लिया, तो जिद्दां ही आया तो बैग के एक साइड से जाली लगी सी, जाली के मैंने नज़र आया कुछ समान वो पिया सीगा, किसी ने जादू किया होया कोई समान विच सीगा, उहदे अट्टा सीगा, पुराने पैसे ते हल्दी ते होर इदां चीज़ां जिहड़ियां सीगियां जिद्दां जादू वाले करदे हुंदे आ। ते मैं जदों वेख्या तो मैं कहा प्रभु जी बैग तो मेरा ही है, पर जिहड़ा विच समान है वो मेरा, वो मैं कहा मेरा नहीं समान। उस तो बाद मैं अपना बैग चुक्या, मैं जो कड्ढिया मैं खोल के वेख्या सारा कुछ पिछों दे बड़ा समान से रखा होया, आटा वगैरह बहुत कुछ, तो मैं उन्हें चक्या, तो मैं वो चलते इदा रखा, तो वो उत्ते रखा मैं पैर, तो मैं खड़े होकर प्रार्थना की, तो फिर मैं इधर मूँह किया घर दुबई वाले पासे एयरपोर्ट के अंदर से ना, मैं कहा प्रभु मैनू नहीं पता की है, पर जो भी है अगर किसी का किया कराया तो इसे असर खत्म हो जाते हैं। बड़े वधिया आए हैं काम, तो फिर लगे हैं, फिर 1 साल बाद घर गए हैं, तो कोई इदा कोई होया नहीं, क्योंकि इसराइल उत्ते जादू चलता ही नहीं। इसराइल का मत जिन्हें परमेश्वर के मन में जितया होया, सो ਉਹਦੇ ਉੱਤੇ जादू चलता ही नहीं, पर फिर भी कई कोशिश अपनी करते रहते हैं। एक दिन साढ़े घर के किसी ने कोई बिरयानी के चौल ਜਾਂ सुट दिते, किसी ने खून के सिੱਟੇ सुट दिते, पर हुंदा फिर भी कुछ नहीं है, वो खरे उन्होंने उपर ही जाके जो असर हो जाता है ना। तीन तकलीफ होंगी ना, जिदा बलाक नूं तकलीफ हुई भी ये कौम ये लोग इन्हां तो मैनूं बड़ी तकलीफ है, और किसी भी तरह जिहड़े आ वो फिर साडी पवित्रता नूं भंग करदे आ, साडे ईमान नूं तोड़दे आ, और साडे विश्वास नूं जिहड़ा आ वो कमज़ोर करने की कोशिश करदे आ। पर बलिआम ने कहा कि ये लोग जिहड़े आ, परमेश्वर बलिआम नूं कहा इन्हां नूं तूं बद दुआ नहीं दे सकदा, और इन्हां नूं तूं कुछ भी जिहड़ा इन्हां वास्ते गलत प्रार्थना कर नहीं सकदा, क्योंकि ये लोग की आ परमेश्वर दे मुबारक लोग है। उस तो अगे पढ़ांगे हाँ जी 20 तक पढ़ने पर। उपरंत बलिआम ने सवेर नूं उठ के बालाक दे सरदारां नूं आख्या, अपने देश नूं जाओ, क्यों जो यहोवा ने मैनूं तुहाडे नाल जान तो बरजिया। हालेलुया। इत्थे बढ़िया जन के नबी ने बढ़िया प्रूफ दिखाया कि मैं वाकई ही रब दा नबी हां, मैं वाकई रब दा घल्लिया होया बंदा हां। उन्हें कहा, परमेश्वर ने कहा भी इन्हां नूं कहा तुसीं चले जाओ, तो मैं तुहाडे नाल जाना नहीं है। अच्छा, ये मध्यान के बजुर्ग भी आए आ और मुआब के बजुर्ग भी आए आ, तो जदों किसी के घर जाइए खाली हथ जाइदा नहीं ना, ये भी खाली हथ नहीं आए होने, ये बड़ा समान लेके आए होने, बड़ा सोना चांदी हीरे जवाहरात सौगातां खाने घोड़े रथ बड़े होर सब लैके आए होण, है ना। राजे ने घल्लिया नबी दे कोल, अज भी नबियां दे कोल जांदे ना, भावें पल्ले कुछ भी नहीं गा, पर फिर भी कई बार असीं 50,000 रुपया लैके जरूर जाते हैं, तो कुछ लैके जाते हैं ना। सो बलिआम नूं कहा परमेश्वर ने कि तू इन्हां दे नाल नहीं जाना, इन्हां नूं कह दे भई मैं तुहाडे नाल जाना, मैं तुहाडे नाल नहीं जाना। उस तो अगे पढ़ांगे हाँ जी। तां मुआब दे सरदार उठ के बालाक कोल आए अते उन्हां ने आख्या, बलिआम ने साडे नाल आउण तों इनकार कीता। हाँ जी, इनकार करता बलिआम ने, दसता उन्होंने। हाँ जी। तां बालाक ने एक बार होर सरदार घल्ले ਜਿਹੜੇ ਇਹਨਾਂ ਤੋਂ ਵਧੇਕ ਅਰ ਪਤਵੰਤੇ ਸਨ। ਹਾਲੇਲੂਇਆ। ਹੋਰ ਜਾਣ ਕੇ ਉਹਨਾਂ ਨੇ ਪਤਵੰਤਿਆਂ ਨੂੰ ਘੱਲਿਆ, ਹੋਰ ਜਿਹੜੇ ਵਧੀਕ ਲੋਕ ਸੀਗੇ ਜਿਨ੍ਹਾਂ ਦੀ ਸੁਣੀ ਜਾਂਦੀ ਸੀਗੀ, ਔਰ ਜਿਨ੍ਹਾਂ ਨੇ ਵਧੀਆ ਵਧੀਆ ਕੱਪੜੇ ਪਾਏ ਹੋਣ, ਜਿੱਦਾਂ ਅਸੀਂ ਦੇਖ ਲਈਏ ਕੋਈ ਕੋਟ ਪੈਂਟ ਵਾਲਾ ਆ ਜਾਵੇ ਨਾ, ਤੇ ਉਹਨੂੰ ਪਹਿਲਾਂ ਕਹੀਦਾ ਵੀ ਇੱਥੇ ਬੈਠੋ ਤੁਸੀਂ, ਅਸੀਂ ਇੱਧਰ ਨੂੰ ਹੋ ਜਾਂਦੇ, ਹੈ ਨਾ। ਇੱਦਾਂ ਹੋਰ ਪਤਵੰਤੇ ਭੇਜੇ ਬਲਾਕ ਨੇ, ਤਾਂ ਕਿ ਇਹ ਜਿਹੜੇ ਪਤਵੰਤੇ ਮੈਂ ਭੇਜੂੰਗਾ ਇਹਨਾਂ ਦੀ ਸੁਣ ਕੇ ਸ਼ਾਇਦ ਬਲਿਆਮ ਬਦਲ ਜਾਵੇ, ਸ਼ਾਇਦ ਬਲਿਆਮ ਤੇ ਅਸਰ ਹੋ ਜਾਏ, ताकि बलिआम बदल जाए, अपने विचार बदल लवे। और बलिआम दे कोल होर पतवंते बंदे भेजे, तो जेकर होर पतवंते बंदे गए आ तो होर भी ज़्यादा समान लैके आए होने। हाँ जी, उस तो अगे पढ़ांगे। वो बलिआम कोल आए अते उहनूं आख्या, सिपोर दा पुत्र बलाक इउं आखदा है, हाँ जी, कि मेरे कोल आउण तों ना रुको, क्यों जो मैं तुहानूं अत वड्डी पद दिआंगा अते जो कुछ तुसीं मैनूं आखो मैं करांगा, पर आओ मेरे लिए इस उम्मत नूं बद दुआ दिओ।
भी हो गई, भी कर दे, भी तक कर दे। अगे बलियाम ने उत्तर दे के बलाक के पहलुआं नूं आख्या, जे बलाक मैनू अपने घर भर की चांदी और सोना भी देवे तां भी मैं यहोवा अपने परमेश्वर के हुक्म का उल्लंघना नहीं कर सकता हाँ कि मैं घाटियां बंद करा। हाँ जी, हुण तुसीं इत्थे अज दी रात भी ठहरना तां जो मैं जाना कि यहोवा होर किहड़ी गल मेरे नाल बोलेगा। हालेलुया। साफ साफ जवाब दे रहा कि मैं तुहाडे नाल जाना नहीं, भावें जो तुसीं मर्जी मैनूं नजराने दे दिओ, जिदा मर्जी पतवंते बंदे भेजो, पर मैं तुहाडे नाल जाना नहीं। पर इत्थे बलियाम ने एक थोड़ा जिहा ऑप्शन रख लिया। उन्हें कहा भी तुसीं अज दी रात दे ठहरो, मैं फिर परमेश्वर दे कोलों पुछदा आ, शायद परमेश्वर मैनूं कोई होर संदेश दे देवे। मैं एक गल दसदा हुंदा, कई बार दसी है कि परमेश्वर कदे भी 2 बार बोलने का मौका नहीं देना चाहिए। कलाम च की लिखा, तुहाडी हाँ दी हाँ, तुहाडी ना दी ना होवे। फिर सानूं हाँ करन विच संग काहदी, जे हाँ करन विच संग नहीं तो फिर ना करन विच भी संग होनी नहीं चाहिए। बलाक ने भी इत्थों तक सही, उन्हें कहा भी ठीक है मैं रब ने कहता मैं नहीं जाना थोड़े नाल, पर कहना चलो अज तुसीं रात इस जगह ते ठहर जाओ, मैं फिर परमेश्वर दे नाल गलबात करदा हां। जदों मूसा इसराइलियों में लैके आ रहे थे मिस्र विचों, कि परमेश्वर ने कहा भी चट्टान विच ढांगा मार, दसो की निकलेगा? हाँ जी, पानी निकलेगा। तो मूसा ने ढांगा कितनी बार मारिया ही? तो परमेश्वर थोड़ी कहे 2 बार मार, है ना। सो परमेश्वर नूं कदे भी 2 बार बोलने का मौका ना दवो। अगर परमेश्वर साडे नाल गलबात कीती आ, जदों असीं रब दे नाल बैठने आ गलबात करदे तो रब जरूर रस्ता दिखाउंदा है। सो जो रब रस्ता दिखाउंदा सानूं वो रस्ते उत्ते चलना भी चाहिए आ, जे नहीं चलते तो साडी फिर गलती हो जाती है। सो बलियाम ने कहा कि तुसीं एक रात मेरे कोल ठहरो, हो सकदा परमेश्वर अपने जिहड़ा परमेश्वर ने शब्द दिते आ शायद बदल जाए। इसे अपने द्वारा कर पढ़ना प्लीज। हुण तुसीं इत्थे अज दी रात भी ठहरना तां जो मैं जाना कि यहोवा होर किहड़ी गल मेरे नाल बोलेगा। तां कि मैं जानना चाहुंदा कि यहोवा होर किहड़ी गल मेरे नाल बोलना चाहुंदा सीगा। परमेश्वर ने कहता नहीं तो फिर नहीं है, तो पर वो फिर भी कहता नहीं, मैं जिहड़ा एक बारी फिर यहोवा परमेश्वर नाल लिखदा कि अगर परमेश्वर होर मैनूं तुहाडे बारे की करना चाहुंदा। हाँ जी, भी हो गई जी, भी पूरी कर दिओ। परमेश्वर बलियाम कोल रात नूं आया अते ओहनूं आख्या, जे ਇਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਹਨਾਂ ਨਾਲ ਤੁਰ ਪਈ, ਨਿਰੀ ਉਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀ। ਹਾਂ, ਨਿਰੀ ਉਹ ਗੱਲ ਕਰਨੀ ਉਹਨਾਂ ਦੇ ਨਾਲ ਜਿਹੜੀ ਗੱਲ ਤੈਨੂੰ ਮੈਂ ਬੋਲਾਂ। ਸੋ ਪਰਮੇਸ਼ਰ ਨੇ ਵੇਖ ਲਿਆ ਕਿ ਹੁਣ ਇਹਦਾ ਜਿਹੜਾ ਮਨ ਆ ਨਾ ਉਹ ਥੋੜਾ ਜਿਹਾ ਸ਼ਾਇਦ ਹੋ ਸਕਦਾ ਇਹਦੇ ਵਿੱਚ ਰਲ ਮਿਲ ਜਿਹਾ ਗਿਆ ਆ ਬਜ਼ੁਰਗਾਂ ਨਾਲ। ਮੈਂ ਦੱਸਣਾ ਚਾਹੁੰਦਾ ਜਦੋਂ ਬਾਰ-ਬਾਰ ਮੁਆਬ ਔਰ ਮਦਿਆਨ ਦੇ ਬਜ਼ੁਰਗ ਉਹਨਾਂ ਦੇ ਕੋਲ ਆਉਂਦੇ ਆ ਨਾ, ਸੰਗਤ ਦਾ ਅਸਰ ਇਹ ਹੁੰਦਾ ਆ, ਜੇਕਰ ਬਾਰ-ਬਾਰ ਮਿਧਿਆਨੀ ਮੁਆਬੀ ਬਜ਼ੁਰਗ ਬਲਿਆਮ ਦੇ ਕੋਲ ਆ ਰਹੇ ਆ ਤੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਹੋਣੀਆਂ। ਸਾਡੇ ਚ ਆ ਕੇ ਵੇਖਿਓ ਤੇ ਕਿੰਨੇ ਵਧੀਆ ਅਸੀਂ ਗੀਤ ਗਾਉਂਦੇ ਆ। ਵੇਖਿਓ ਕੁਆਰ 15 ਬੰਦਿਆਂ ਦੀ ਕੁਆਰ ਆ, ਔਰ ਬਾਅਦ ਦੇ ਵਿੱਚ ਦੇਖੋ ਕੁਆਰ ਤੋਂ ਬਾਅਦ ਕਲਾਮ ਤੁਸੀਂ ਸੁਣਿਓ ਪਾਸਟਰ ਸਾਹਿਬ ਦਾ, ਵੀ ਕਲਾਮ ਵੀ ਬੜਾ ਵਧੀਆ ਪਾਸਟਰ ਸਾਹਿਬ ਸੁਣਾਉਂਦੇ ਆ। ਉਸ ਤੋਂ ਬਾਅਦ ਤੁਸੀਂ ਵੇਖਿਓ ਵੀ ਖਾਣੇ ਪੀਣੇ ਦਾ ਪ੍ਰੋਗਰਾਮ ਵੀ ਹੈਗਾ। ਤੇ ਫਿਰ ਅਗਰ ਤੁਹਾਨੂੰ ਕਿਤੇ ਬਾਹਰ ਅੰਦਰ ਜਾਣਾ ਤੁਸੀਂ ਦੂਸਰੇ ਮੁਲਕਾਂ ਨੂੰ, ਤੇ ਵੀਜ਼ੇ ਦਾ ਵੀ ਅਰੇਂਜ ਕਰ ਦੇਵਾਂਗੇ, ਕੋਈ ਗੱਲ ਨਹੀਂ, ਹੈ ਨਾ। ਇੱਦਾਂ ਦੇ ਲੁਭਾਉਣ ਦੇ ਲਾਲਚ ਜਿਹੜੇ ਆ ਨਾ, ਲੁਭਾਉਣ ਵਾਲੇ ਲਾਲਚ ਆ, ਹੋ ਸਕਦਾ ਮੁਆਬੀਆਂ ਦੇ ਬਜ਼ੁਰਗਾਂ ਨੇ ਜਾਂ ਮਦਿਆਨੀਆਂ ਦੇ ਬਜ਼ੁਰਗਾਂ ਨੇ ਇੱਦਾਂ ਦੇ ਲਾਲਚ ਨੂੰ ਦਿੱਤੇ ਹੋਣ, ਜਿਹਦਾ ਕਰਕੇ ਕਹਿੰਦਾ ਹੋਵੇ ਤੇ ਚਲੋ ਕੋਈ ਨਹੀਂ, ਇੱਕ ਵਾਰੀ ਫਿਰ ਰੱਬ ਦੇ ਨਾਲ ਗੱਲ ਕਰ ਲੈਂਦੇ ਹਾਂ। ਪਰਮੇਸ਼ਰ ਵੇਖਿਆ ਵੀ ਇਹ ਹੁਣ ਜਿਹੜਾ ਹੈ ਨਾ, ਇਹ ਲੱਗਦਾ ਵੀ ਉਹਨਾਂ ਦੇ ਨਾਲ ਰਲ ਮਿਲ ਜਿਹਾ ਗਿਆ, ਜਿੱਦਾਂ ਇਹ ਫਰੇਮ ਰਲ ਗਿਆ ਸੀ ਨਾ ਦੁਨੀਆ ਦੇ ਨਾਲ, ਤੇ ਉਸੇ ਤਰ੍ਹਾਂ ਲੱਗਦਾ ਵੀ ਬਲਿਆਮ ਵੀ ਖਰੇ ਰਲ ਮਿਲ ਹੀ ਗਿਆ ਆ। ਸੋ ਸਾਨੂੰ ਸਿੱਖਣ ਦੀ ਗੱਲ ਕੀ ਆ ਕਿ ਅਸੀਂ ਵਿਸ਼ਵਾਸੀ ਹਾਂ, ਅਸੀਂ ਇੱਦਾਂ ਦੇ ਕੰਮਾਂ ਦੇ ਵਿੱਚ ਰਲਣਾ ਮਿਲਣਾ ਨਹੀਂ ਆ। ਰਾਤੀ ਜਿਹੜੇ ਖੁਦਾ ਦੇ ਸੇਵਕ ਆਏ ਸੀ ਨਾ, ਉਹਨਾਂ ਨੇ ਇੱਕ ਗੱਲ ਕੀਤੀ, ਤੇ ਮੈਂ ਸੋਚਦਾ ਸੀਗਾ ਵੀ ਇੰਨੇ ਪਾਸਟਰਾਂ ਦੇ ਵਿੱਚ ਇਹਨਾਂ ਨੇ ਇੰਨੀ ਗੱਲ ਕਰ ਕਿੱਦਾਂ ਦਿੱਤੀ। ਉਹਨਾਂ ਨੇ ਗੱਲ ਕੀਤੀ, ਕਹਿੰਦੇ ਵੀ ਜਦੋਂ ਹਿਸਟਰੀ ਦੱਸਦੇ ਸੀ, ਪ੍ਰਕਾਸ਼ ਦੀ ਪੋਥੀ ਦੀ ਸਟੱਡੀ ਸੀਗੀ, ਤੇ ਉਹਦੇ ਵਿੱਚ ਜਿਹੜਾ ਆਪਾਂ ਸਿੱਖ ਕੇ ਆਏ ਆ ਨਾ 4 ਵੱਡੇ ਸਮਰਾਜੇ, ਉਹਨਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਸੀ। ਇੱਦਾਂ ਪਾਲੀ ਸਾਹਿਬ ਮੇਰੇ ਨਾਲ ਸੀਗੇ, ਪਾਸੇ ਬਲਿੰਦਰ ਮੇਰੇ ਨਾਲ ਸੀਗੇ, ਇਹਨਾਂ ਨੂੰ ਮੈਂ ਲਿਖਿਆ ਸੀ ਨਾਲ, ਕਹਿੰਦੇ ਲੈ ਕੇ ਆਇਓ ਤੁਸੀਂ ਨਾਲ 3 ਜਣੇ ਆਇਓ। ਸੋ ਉਹਨਾਂ ਨੇ ਦੱਸਿਆ ਸੀ ਜਿਹੜੇ ਆਪਾਂ ਸਿੱਖ ਕੇ ਗਏ ਆ, ਜੋ ਆਪਾਂ ਸਿੱਖਿਆ ਸੀ ਨਾ ਉਹੀ ਸਿਖਾਇਆ ਉਹਨਾਂ ਨੇ। ਇੱਕ ਗੱਲ ਉਹਨਾਂ ਨੇ ਕੀਤੀ ਜਿਹੜੀ ਮੈਂ ਨਹੀਂ ਕੀਤੀ ਸੀਗੀ, ਉਹ ਕਹਿੰਦੇ ਵੀ ਜਿਹੜਾ ਕ੍ਰਿਸਮਸ ਆ ਨਾ, ਕਹਿੰਦੇ ਕ੍ਰਿਸਮਸ ਬਿਲਕੁਲ ਗਲਤ ਆ।
ਉਹਨਾਂ ਨਾਲ ਹਵਾਲੇ ਵੀ ਦਿੱਤੇ ਤੇ ਉਹਦੇ ਨਾਲ ਉਹਨਾਂ ਨੇ ਦੱਸਿਆ ਵੀ ਜਿਹੜਾ ਈਸਟਰ ਆ ਨਾ, ਈਸਟਰ ਇਹਦੇ ਨਾਂ ਤੋਂ ਹੀ ਲੱਗਦਾ ਵੀ ਈਸਟ ਦਾ ਕੀ ਮਤਲਬ ਹੁੰਦਾ ਭਲਾ? ਈਸਟ, ਵੈਸਟ, ਸਾਊਥ, ਨਾਰਥ ਹੈ ਨਾ। ਈਸਟ ਮੈਨੂੰ ਨਹੀਂ ਪਤਾ ਇਹਦੀ ਪੰਜਾਬੀ ਕੀ ਆ। ਹਾਂਜੀ ਉੱਤਰ, ਦੱਖਣ, ਪੂਰਬ, ਪੱਛਮ ਪੰਜਾਬੀ ਮੈਨੂੰ ਪਤਾ ਆ, ਪਰ ਈਸਟ ਦਾ ਨਹੀਂ ਪਤਾ। ਤੇ ਸ਼ਾਇਦ ਇੰਨਾ ਮੈਂ ਕਹਿ ਸਕਦਾ ਬਈ ਸੂਰਜ ਕਿੱਧਰੋਂ ਨਿਕਲਦਾ ਹੁੰਦਾ? ਪੂਰਬ ਵੱਲੋਂ ਹੈ ਨਾ। ਤੇ ਇਹਨਾਂ ਨੇ ਈਸਟ ਕਿਸੇ ਮਤਲਬ ਪੂਰਬ ਦਾ ਅੰਗਰੇਜ਼ੀ ਕੀ ਆ ਮੈਨੂੰ ਨਹੀਂ ਪਤਾ, ਤੁਹਾਨੂੰ ਸ਼ਾਇਦ ਪਤਾ ਹੈ ਨਾ। ਅਗਲੇ ਪਾਸੇ ਹਾਂਜੀ ਈਸਟ ਹੀ ਹੈ ਨਾ। ਹਾਂ, ਤੇ ਜਦੋਂ ਸੂਰਜ ਨਿਕਲਦਾ ਆ ਉਧਰੋਂ ਉਧਰ ਈਸਟ ਆ, ਤੇ ਇਹਨਾਂ ਨੇ ਸੂਰਜ ਨੂੰ ਆਪਣਾ ਈਸਟ ਦੇਵਤਾ ਬਣਾਇਆ। ਤੇ ਉਤੋਂ ਜਿਹੜਾ ਆ ਚੱਲਦਾ ਚੱਲਦਾ ਜਿਹੜਾ ਆ ਉਹ ਉਹਨਾਂ ਨੇ ਈਸਟਰ ਬਣਾ ਲਿਆ। ਇਸ ਕਰਕੇ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਖੁਦਾ ਦੇ ਸੇਵਕ ਨਾ ਈਸਟਰ ਕਹਿੰਦੇ ਨੇ ਵੀ ਈਸਟਰ ਦੀ ਬੰਦਗੀ ਨਹੀਂ ਕਹਿੰਦੇ, ਉਹ ਕਹਿੰਦੇ ਪ੍ਰਭੂ ਦੇ ਜੀ ਉੱਠਣ ਦਾ ਦਿਨ ਹੈ, ਅਸੀਂ ਕਰਦੇ ਹਾਂ। ਫਿਰ ਉਹਨਾਂ ਨੇ ਗੁੱਡ ਫਰਾਈਡੇ ਦੀ ਵੀ ਗੱਲ ਕੀਤੀ। ਜਿਹੜੀਆਂ ਆਪਾਂ ਗੱਲਾਂ ਕੀਤੀਆਂ ਸਾਰੀਆਂ ਗੱਲਾਂ ਉਹਨਾਂ ਨੇ ਉਹ ਦੱਸੀਆਂ। ਤੇ ਬਾਅਦ ਵਿੱਚ ਉਹਨਾਂ ਨਾਲ ਮਿਲਿਆ, ਮੈਂ ਕਿਹਾ ਵੀ ਚਲੋ ਬਹੁਤ ਅੱਛਾ ਲੱਗਾ, ਤੁਸੀਂ ਜਾਣ ਕੇ ਵਧੀਆ ਗੱਲਾਂ ਦੱਸੀਆਂ, ਪਰ ਇਹਨੂੰ ਮੈਂ ਕਿਹਾ ਅੱਛੇ ਤਰੀਕੇ ਨਾਲ ਅਗਰ ਐਕਸਪਲੇਨ ਕਰਦੇ, ਟਾਈਮ ਥੋੜ੍ਹਾ ਸੀ ਉਹਨਾਂ ਕੋਲ। ਅੱਜ ਵੀ ਬੁਲਾਇਆ ਸੀਗਾ ਉਹਨਾਂ ਨੇ, ਪਰ ਅਸੀਂ ਆਪਣੀ ਬੰਦਗੀ ਛੱਡ ਕੇ ਤਾਂ ਨਹੀਂ ਜਾ ਸਕਦੇ। ਪਰ ਸੋ ਇਸ ਤਰ੍ਹਾਂ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਸੀ ਉਹ ਸਿਖਾਈਆਂ। ਸੋ ਅਸੀਂ ਜਿਹੜਾ ਆ ਉਹ ਕਲਾਮ ਨੂੰ ਸਿੱਖਣਾ ਅੱਛੇ ਤਰੀਕੇ ਦੇ ਨਾਲ। ਔਰ ਬਲਿਆਮ ਨੂੰ ਪਰਮੇਸ਼ਰ ਨੇ ਕਿਹਾ ਵੀ ਚਲ ਠੀਕ ਆ, ਤੂੰ ਚਲਾ ਤਾਂ ਜਾ ਨਾਲ ਉਹਨਾਂ ਦੇ, ਪਰ ਜਿਹੜੀ ਤੈਨੂੰ ਗੱਲ ਮੈਂ ਕਹੂੰਗਾ ਤੂੰ ਉਹੀ ਗੱਲ ਤੂੰ ਕਰਨੀ ਆ। ਸੋ ਸਾਨੂੰ ਵੀ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਗੱਲ ਸਾਨੂੰ ਕਲਾਮ ਕਹਿੰਦਾ ਹੈ। ਸੋ ਬਲਿਆਮ ਦੇ ਜਿਹੜੇ ਅਗਲੇ ਹਿੱਸੇ ਨੂੰ ਅਸੀਂ ਸਿੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਬਲਿਆਮ ਨੂੰ ਅਸੀਂ ਥੋੜ੍ਹੇ ਸ਼ਬਦਾਂ ਵਿੱਚ ਕਲੀਅਰ ਪੜ੍ਹ ਕੇ ਅਸੀਂ ਨਿਕਲ ਜਾਂਦੇ ਹਾਂ। ਪ੍ਰਕਾਸ਼ ਦੀ ਪੋਥੀ ਵਿੱਚ ਇਸ ਦਾ ਜ਼ਿਕਰ ਆਇਆ ਔਰ ਯਹੂਦਾ ਦੀ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਆਇਆ, ਅਸੀਂ ਪੜ੍ਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਜਿਵੇਂ ਮੁਆਬੀ ਔਰ ਮਿਦਿਆਨੀਆਂ ਦੇ ਬਜ਼ੁਰਗ ਆਏ ਬਲਿਆਮ ਦੇ ਕੋਲ ਕਿ ਤੂੰ ਇਹਨਾਂ ਨੂੰ ਸਰਾਪ ਦੇ, ਇਹਨਾਂ ਨੂੰ ਬਰਕਤ ਨਾ ਦੇ, ਇਹਨਾਂ ਨੂੰ ਸਰਾਪ ਦੇ, ਇਹ ਸਾਨੂੰ ਬੜਾ ਤੰਗ ਕਰਦੇ ਆ, ਇਹਨਾਂ ਤੋਂ ਅਸੀਂ ਬਹੁਤ ਦੁਖੀ ਹਾਂ, ਇਹਨਾਂ ਦੀ ਗਿਣਤੀ ਬਹੁਤ ਆ, ਔਰ ਇਹ ਜਿਹੜਾ ਆ ਜਿੱਥੇ ਲੰਘਦੇ ਆ ਉੱਥੇ ਜਿਹੜੀ ਆ ਤਬਾਹੀ ਕਰਦੇ ਜਾਂਦੇ ਆ, ਮੁਲਕਾਂ ਨੂੰ ਜਿੱਤਦੇ ਹੀ ਜਾਂਦੇ ਆ। ਤੇ ਇਸਰਾਇਲ ਨੇ ਮੁਲਕਾਂ ਨੂੰ ਜਿੱਤ ਕੇ ਹੀ ਕਨਾਨ ਤੱਕ ਪਹੁੰਚੇ ਸੀ। ਉਹ ਇਸਰਾਏਲੀਏ ਹਰ ਮੁਸੀਬਤ ਦੇ ਉੱਪਰ ਫਤਿਹ ਪਾ ਕੇ ਔਰ ਹਰ ਪਰੇਸ਼ਾਨੀ ਦੇ ਉੱਤੇ ਫਤਿਹ ਪਾ ਕੇ ਤੇ ਫਿਰ ਉਹ ਕਿਤੇ ਕਨਾਨ ਵਿੱਚ ਜਾ ਕੇ ਪਹੁੰਚੇ ਸੀਗੇ। ਔਰ ਇਹ ਵੀ ਦੱਸ ਦੇਣਾ ਚਾਹੁੰਦਾ ਮੈਂ ਕਿ ਜਦੋਂ ਕਨਾਨ ਵਿੱਚ ਪਹੁੰਚੇ ਨਾ ਤੇ ਕੁਛ ਜਿਹੜੇ ਗੋਤਰ ਸੀਗੇ ਉਹ ਪਿੱਛੇ ਰਹਿ ਗਏ, ਜਦੋਂ ਤੋਂ ਪਾਰ ਹੀ ਉਹ ਰਹਿ ਗਏ ਸੀਗੇ। ਔਰ ਇਸ ਕਰਕੇ ਜਿਹੜਾ ਉਹਨਾਂ ਦੇ ਲੋਕ ਜਿਹੜੇ ਪਿੱਛੇ ਰਹਿੰਦੇ ਗਏ ਉਹਨਾਂ ਨੂੰ ਹਟਦੇ ਗਏ। ਜਿਵੇਂ ਇਫਰਾਇਮ ਨੇ ਆਪਣੇ ਆਪ ਨੂੰ ਲੋਕਾਂ ਦੇ ਨਾਲ ਮਿਲਾ ਲਿਆ, ਇਸ ਤਰ੍ਹਾਂ ਹੋਰ ਵੀ ਕਈ ਗੋਤਰ ਜਿਹੜੇ ਸੀਗੇ ਉਹ ਇਸ ਤਰ੍ਹਾਂ ਨਿਕਲਦੇ ਗਏ ਵਿੱਚੋਂ। ਪਰ ਆਖਰ ਦੇ ਵਿੱਚ ਸਿਰਫ 2 ਗੋਤਰਾਂ ਦੇ ਵਿੱਚ ਹੀ ਪੂਰੇ ਇਸਰਾਇਲ ਨੂੰ ਉਹਨਾਂ ਨੇ ਮਿਲਾ ਦਿੱਤਾ, ਇਸਰਾਇਲ ਤੇ ਯਹੂਦਾ। ਉਸ ਤੋਂ ਬਾਅਦ ਇਸਰਾਇਲ ਨੂੰ ਵੀ ਪਿੱਛੇ ਰਹਿ ਗਿਆ ਤੇ ਬਾਅਦ ਵਿੱਚ ਕੌਣ ਆ ਗਿਆ? ਸਿਰਫ ਯਹੂਦਾ, ਜਿਹਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਆ ਰਹੇ ਆ। ਸੋ ਖੁਦਾਵੰਦ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਅਸੀਂ ਪਰਮੇਸ਼ਰ ਦੇ ਕਲਾਮ ਨੂੰ ਜਿਹੜਾ ਚੰਗੀ ਤਰ੍ਹਾਂ ਸਿੱਖਦੇ ਜਾਣਾ ਤਾਂ ਕਿ ਅਸੀਂ ਕਾਮਲ ਹੋ ਜਾਈਏ। ਔਰ ਸਿੱਖਦਿਆਂ ਅਸੀਂ ਬਲਿਆਮ ਦੀ ਤਰ੍ਹਾਂ ਜਿਹੜਾ ਆ ਉਹ ਪਰਮੇਸ਼ਰ ਦੀ ਗੱਲ ਸੁਣਨੀ ਆ ਤੇ ਆਪਣੀ ਮਰਜ਼ੀ ਜਿਹੜੀ ਆ ਉਹਦੇ ਵਿੱਚ ਐਡ ਕਰਨੀ ਨਹੀਂ। ਪਰਮੇਸ਼ਰ ਨੇ ਕਹਿਤਾ ਹਾਂ ਤੇ ਸਮਝੋ ਹਾਂ ਦਾ ਮਤਲਬ ਹਾਂ ਹੀ ਆ, ਜੇ ਨਾ ਕਹਿਤਾ ਤੇ ਨਾ ਦਾ ਮਤਲਬ ਨਾ ਹੀ ਆ। ਔਰ ਪਰਮੇਸ਼ਰ ਨੂੰ 2 ਵਾਰ ਬੋਲਣ ਦਾ ਮੌਕਾ ਕਦੇ ਵੀ ਨਾ ਦਿਓ। ਖੁਦਾਵੰਦ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ। ਖੁਦਾ ਨੇ ਚਾਹਿਆ ਤੇ ਫਿਰ ਅਸੀਂ ਇਸ ਕਲਾਮ ਦੇ ਅਗਲੇ ਹਿੱਸੇ ਨੂੰ ਸਿੱਖਦੇ ਜਾਵਾਂਗੇ। ਔਰ ਪਰਮੇਸ਼ਰ ਸਾਰਿਆਂ ਨੂੰ ਨਾਮ ਦੇਵੇ। ਆਓ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। धन्यवाद हो राजाओं के राजा, प्रभुओं के प्रभु, सर्वशक्तिमान परमेश्वर, सेनाओं के यहोवा धन्यवाद। जमीन आसमान के बनाने वाले परमेश्वर, सारी कुदरत के मालिक धन्यवाद। खुदावंद ਅਸੀਂ ਤੁਹਾਡੀਆਂ ਭਲਾਈਆਂ ਨੂੰ ਯਾਦ ਕਰਦੇ ਹਾਂ ਔਰ ਖੁਦਾਵੰਦ ਤੁਸੀਂ ਜੋ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਹੈ ਔਰ ਖੁਦਾਵੰਦ ਆਪਣੇ ਵਚਨ ਦੇ ਨਾਲ ਖੁਦਾਵੰਦ ਤੁਸੀਂ ਸਾਨੂੰ ਤ੍ਰਿਪਤ ਕੀਤਾ ਹੈ। ਤੁਹਾਡਾ ਧੰਨਵਾਦ ਕਰਨੇ ਖੁਦਾਵੰਦ, ਤੁਹਾਡੇ ਕਲਾਮ ਦੀਆਂ ਗੱਲਾਂ ਨੂੰ ਆਪਣੇ ਹਿਰਦੇ ਅੰਦਰ ਜਮ੍ਹਾਂ ਕਰ ਲਈਏ ਔਰ ਖੁਦਾਵੰਦ ਅਸੀਂ ਆਪਣੀ ਪਵਿੱਤਰਤਾ ਨੂੰ ਬਣਾਈ ਰੱਖੀਏ। ਅਸੀਂ ਉਸ ਇਮਾਨਦਾਰੀ ਨੂੰ ਜੋ ਖੁਦਾਵੰਦ ਤੁਹਾਡੇ ਨਾਲ ਸਾਡੀ ਇਮਾਨਦਾਰੀ ਹੈ, ਵਚਨ ਦੇ ਨਾਲ ਇਮਾਨਦਾਰੀ ਹੈ, ਚਰਚ ਦੇ ਨਾਲ ਇਮਾਨਦਾਰੀ ਹੈ, ਅਸੀਂ ਇਸ ਇਮਾਨਦਾਰੀ ਨੂੰ ਹੋਰ ਮਜ਼ਬੂਤੀ ਦੇਈਏ, ਸਾਡੀ ਵਫਾਦਾਰੀ ਨੂੰ ਅਸੀਂ ਮਜ਼ਬੂਤੀ ਦੇਈਏ ਔਰ ਖੁਦਾਵੰਦ ਤੁਹਾਡੇ ਨਾਲ ਸਾਡੇ ਪਿਆਰ ਨੂੰ ਅਸੀਂ ਹੋਰ ਮਜ਼ਬੂਤ ਕਰੀਏ। ਤੇਰੇ ਖੁਦਾਵੰਦ ਤੁਹਾਡੇ ਬੇਟੇ ਔਰ ਬੇਟੀਆਂ ਦੇ ਲਈ ਧੰਨਵਾਦ ਕਰਨੇ ਜਿਨ੍ਹਾਂ ਨੇ ਤੁਹਾਡੇ ਵਚਨ ਨੂੰ ਬੜੀ ਰੀਝ ਦੇ ਨਾਲ ਸੁਣਿਆ ਹੈ। ਉਹਨਾਂ ਨੇ ਮਨ ਲਗਾ ਕੇ ਖੁਦਾਵੰਦ ਕੰਨ ਲਗਾ ਕੇ ਤੁਹਾਡੇ ਵਚਨ ਨੂੰ ਸੁਣਿਆ ਹੈ। ਅੱਜ ਦਾ ਵਚਨ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਦ 100 ਗੁਣਾ ਫਲ ਲੈ ਕੇ ਆਵੇ ਔਰ ਖੁਦਾਵੰਦ ਅਸੀਂ ਸਿੱਖਦਿਆਂ ਖੁਦਾਵੰਦ ਜਿਵੇਂ ਇਸਰਾਏਲੀ ਮੁਸੀਬਤਾਂ ਦੇ ਵਿੱਚੋਂ ਦੀ ਲੰਘਦੇ ਔਰ ਕਨਾਨ ਦੇ ਵਿੱਚ ਪਹੁੰਚ ਗਏ
ਔਰ ਬਹੁਤ ਸਾਰਾ ਖੁਦਾਵੰਦ ਤੁਹਾਡੇ ਇਸਰਾਇਲ ਕੌਮ ਬਹੁਤ ਕੁਝ ਲੈ ਕੇ ਕਨਾਨ ਵਿੱਚ ਪਹੁੰਚੀ ਹੈ। ਇਸ ਤਰ੍ਹਾਂ ਅਸੀਂ ਵੀ ਖੁਦਾਵੰਦ ਬਹੁਤ ਕੁਝ ਲੈ ਕੇ ਸਵਰਗ ਰਾਜ ਵਿੱਚ ਦਾਖਲ ਹੋ ਜਾਈਏ। ਅਸੀਂ ਆਪਣੀ ਇਮਾਨਦਾਰੀ ਨੂੰ ਪ੍ਰੂਫ ਕਰ ਸਕੀਏ, ਵਫਾਦਾਰੀ ਨੂੰ, ਪਵਿੱਤਰਤਾਈ ਨੂੰ, ਔਰ ਖੁਦਾਵੰਦ ਖੁਦਾ ਅਸੀਂ ਪ੍ਰੂਫ ਕਰ ਸਕੀਏ ਤਾਂ ਕਿ ਪਿਆਰੇ ਖੁਦਾਵੰਦ ਅਸੀਂ ਸਵਰਗ ਰਾਜ ਦੇ ਵਾਰਿਸ ਹੋ ਜਾਈਏ। ਤੁਹਾਡਾ ਧੰਨਵਾਦ ਕਰਨੇ ਅੱਜ ਦੀਆਂ ਸਾਰੀਆਂ ਦਰਖਾਸਤਾਂ ਦੇ ਵਾਸਤੇ। ਤੁਹਾਡੇ ਹਜ਼ੂਰ ਦਰਖਾਸਤਾਂ ਅਸੀਂ ਪੇਸ਼ ਕੀਤੀਆਂ ਔਰ ਖੁਦਾਵੰਦ ਤੁਸੀਂ ਉਹਨਾਂ ਦਾ ਸਾਨੂੰ ਉੱਤਰ ਦੇਣਾ ਤਾਂ ਕਿ ਅਸੀਂ ਤੁਹਾਡੀ ਮਹਿਮਾ ਕਰ ਸਕੀਏ। ਇਸ ਦਾਨ ਲਈ ਵੀ ਧੰਨਵਾਦ ਕਰਨੇ ਜੋ ਤੁਹਾਡੇ ਲੋਕਾਂ ਨੇ ਤੁਹਾਡੇ ਦਿੱਤੇ ਹੋਏ ਦੇ ਵਿੱਚੋਂ ਲੁਟਾਇਆ। ਖੁਦਾ ਉਹਨਾਂ ਨੇ ਆਪਣਾ ਹੱਥ ਵਧਾਇਆ, ਤੁਸੀਂ ਆਪਣੀ ਸ਼ਿਫਾ ਔਰ ਬਰਕਤ ਵਾਲਾ ਹੱਥ, ਚੰਗਿਆਈ ਵਾਲਾ ਹੱਥ ਆਪਣੇ ਲੋਕਾਂ ਦੀ ਤਰਫ ਵਧਾਉਣਾ ਤਾਂ ਕਿ ਖੁਦਾਵੰਦ ਤੁਹਾਡਾ ਨਾਮ ਮਹਿਮਾ ਪਾਏ। ਪਿਆਰੇ ਖੁਦਾਵੰਦ ਮੈਂ ਵੀ ਆਪਣੇ ਆਪ ਨੂੰ ਤੁਹਾਡਾ ਥੱਲੇ ਸੌਂਪ ਦਿੰਦਾ। ਤੁਹਾਡੀ ਇੱਛਾ, ਤੁਹਾਡੀ ਮਰਜ਼ੀ ਮੇਰੀ ਜ਼ਿੰਦਗੀ 'ਚ ਪੂਰੀ ਹੋਵੇ। ਪਿਤਾ ਜੀ ਆਓ ਇਸ ਪ੍ਰਾਰਥਨਾ ਸੁਣੋ, ਕਬੂਲ ਕਰੋ। ਪ੍ਰਾਰਥਨਾ ਤੁਹਾਡੇ ਬੇਟੇ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਛੋ ਕੇ ਮੰਗਦੇ ਹਾਂ, ਆਮੀਨ। ਪ੍ਰਭੂ ਦੀ ਸਿਖਾਈ ਹੋਈ ਦੁਆ ਵਿੱਚ ਸਾਰੇ ਸਾਂਝੀ ਹੋਵਾਂਗੇ। ਐ ਸਾਡੇ ਬਾਪ ਤੂੰ ਜੋ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਜਮੈਤ 'ਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹਤ, ਕੁਦਰਤ ਔਰ ਜਲਾਲ ਹਮੇਸ਼ਾ ਤੀਕ ਤੇਰੇ हैं, आमीन। ਹੁਣ ਬਾਪ ਬੇਟੇ ਦੀ ਮੁਹੱਬਤ, ਪਵਿੱਤਰ ਆਤਮਾ ਦੀ ਰਫਾਕਤ ਔਰ ਸ਼ਰਾਕਤ ਸਭ ਈਮਾਨਦਾਰਾਂ ਦੇ ਸਾਥ, ਸਭ ਖਿਦਮਤਗਾਰਾਂ ਦੇ ਸਾਥ, ਸਾਰੀ ਮਸੀਹੀ ਕੌਮ ਦੇ ਸਾਥ ਹਮੇਸ਼ਾ ਹਮੇਸ਼ਾ ਤੱਕ ਹੁੰਦੀ ਰਹੇ, ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਰੱਬ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇ। जय जानसी बाबू जी कितना ठीक है? हाँ जी ठीक है ना। बच्चे माता होनी ठीक है। और अभी साहब मैं देखा थोड़ा नक्शा देख ले, बढ़िया। हाँ सोना है, 2 कमरे है ना, एक बाथरूम अंदर है, एक बाहर है। ठीक है, बहुत बढ़िया। ठीक है। प्यारे खुदावंद खुदा जमीन आसमान के बनाने वाले करने बड़ा धन्यवाद विश्वास के नाल जो उन्होंने प्रार्थना में खुदा क्या है प्यारे खुदावंद प्रार्थना करने हाथ खुदा मेरा नहीं बल्कि और अपने बेटे के पेट की सारी इन्फेक्शन के बाद और हर तरह की बीमारी जड़ खुदावंद अपने बेटे ने मजबूत प्रार्थना देखवाई दूध निकाला पूरी मां के खुदा भाई परिवार के बाद सही कौन वास्ते आशीष यीशु मसीह